Good morning everyone. Bete 10th class. In this video we are going to talk about the paragraphs that is in your syllabus. So first paragraph is an Indian festival. Let's read these paragraphs and these are very easy ones. India is known for festivals. Diwali is one of the most famous Hindu festivals. On this day, Lord Rama returned from exile. On this day, people clean their houses and shops. They light their houses. They send greetings, sweets and presents to their near and dear ones. They worship goddess Lakshmi. Children explode crackers. Some people gamble on this day and it should be stopped भी लिख सकते हो बेटे. It should not be done भी लिख सकते हो. देखो ਇਹਦੇ ਚ ਕੀ ਦੱਸਿਆ ਕਿ ਇੰਡੀਆ ਫੈਸਟੀਵਲਸ ਦੀ ਧਰਤੀ ਹੈ. ਦੀਵਾਲੀ ਇੱਕ ਬਹੁਤ ਇੰਪੋਰਟੈਂਟ ਹਿੰਦੂ ਫੈਸਟੀਵਲ ਹੈ. ਇਸ ਦਿਨ ਭਗਵਾਨ ਰਾਮ ਜੀ ਬਨਵਾਸ ਤੋਂ ਵਾਪਸ ਆਏ ਸੀ. ਐਗਜ਼ਾਈਲ ਦਾ ਮਤਲਬ ਹੈ ਬਨਵਾਸ, AEXILE ਐਗਜ਼ਾਈਲ. ਲੋਕ ਆਪਦੇ ਘਰਾਂ ਨੂੰ, ਹਾਊਸਿਸ ਨੂੰ, ਸ਼ਾਪਸ ਨੂੰ ਸਾਫ਼ ਕਰਦੇ ਹੈ, ਲਾਈਟਨਿੰਗ ਕਰਦੇ ਹੈ. ਨੀਅਰ ਡੀਅਰ ਵਨਸ ਹੁੰਦੇ ਆ, ਮਤਲਬ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਨੂੰ ਖਵਾਇਆ ਪਿਆ ਜਾਂਦਾ ਹੈ, ਉਹਨਾਂ ਨੂੰ ਗ੍ਰੀਟਿੰਗਸ ਦਿੱਤੇ ਜਾਂਦੇ ਹੈ, ਸਵੀਟਸ ਦਿੱਤੇ ਜਾਂਦੇ ਹੈ, ਪ੍ਰੈਜ਼ੈਂਟਸ ਗਿਫਟਸ ਦਿੰਦੇ ਹੈ. ਗੋਡੈਸ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ. ਬੱਚੇ ਪਟਾਕੇ ਚਲਾਉਂਦੇ ਹੈ. ਕਈ ਲੋਕ ਗੈਂਬਲਿੰਗ ਕਰਦੇ ਹੈ ਜੋ ਨਹੀਂ ਕਰਨਾ ਚਾਹੀਦਾ. ਇਹ ਤੁਹਾਡਾ ਫਰਸਟ ਪੈਰਾਗ੍ਰਾਫ ਹੈ ਬੇਟੇ. ਸੈਕਿੰਡ ਪੈਰਾਗ੍ਰਾਫ ਗੁੱਡ ਮੈਨਰਸ. ਤੁਹਾਨੂੰ ਪੇਪਰ ਦੇ ਵਿੱਚ ਥੋੜੇ ਬਹੁਤ ਹਿੰਟ ਵੀ ਦਿੱਤੇ ਜਾਣਗੇ. ਬਾਈ ਚਾਂਸ ਅਗਰ ਇਹ ਹੁੰਦਾ ਹੈ ਤੁਹਾਨੂੰ ਉਹ ਪੈਰਾਗ੍ਰਾਫ ਨਹੀਂ ਆਉਂਦਾ, ਯੂ ਕੈਨ ਟੇਕ ਦ ਹੈਲਪ ਆਫ ਦੋਜ਼ ਹਿੰਟਸ ਐਂਡ frame the paragraph also. Now let's talk about second paragraph good manners. ਤੁਸੀਂ ਵੀਡੀਓ ਪੌਜ਼ ਕਰਕੇ ਬੇਟੇ ਲਿਖ ਵੀ ਸਕਦੇ ਹੋ ਆਪਦੀ ਨੋਟਬੁੱਕਸ ਤੇ, ਤਾਂ ਹੀ ਉਹ ਵੀਡੀਓ ਸਟੈਗਨੈਂਟ ਕਰਦੀ ਹਾਂ ਮੈਂ. ਤੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਿਓ ਰਜੇ. ਵੀਡੀਓ ਹੋ ਸਕਦਾ ਵੱਡੀ ਹੋਵੇ ਬਟ ਇਹ ਤੁਹਾਡੇ ਲਈ ਬਹੁਤ ਹੈਲਪਫੁਲ ਹੋਊਗੀ. Good manners oil the machine of life. They earn us respect. The words like please and thank you settle ਬਿਟਰ ਕੁਅਲਸ. ਬਿਟਰ ਹੁੰਦਾ ਹੈ ਕੌੜੇ, ਕੁਅਲਸ ਮਤਲਬ ਲੜਾਈਆਂ. ਗੁੱਡ ਮੈਨਰਸ ਹੈ ਸਾਡੀ ਮਸ਼ੀਨ ਨੂੰ ਆਇਲ ਕਰਦੀ ਹੈ, ਸਾਨੂੰ ਰਿਸਪੈਕਟ ਵੀ ਦਵਾਉਂਦੀ ਹੈ. ਅਸੀਂ ਪਲੀਜ਼ ਤੇ ਥੈਂਕ ਯੂ ਨੂੰ ਜੇ ਯੂਜ਼ ਕਰਦੇ ਹੈ, ਅਗਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਸੌਰੀ ਕਹਿ ਦਈਏ, ਜੇ ਅਗਰ ਕੋਈ ਚੀਜ਼ ਚਾਹੀਦੀ ਹੈ ਤਾਂ ਪਲੀਜ਼ ਕਹਿ ਦਈਏ, ਜੇ ਕਿਸੇ ਨੇ ਸਾਡੀ ਹੈਲਪ ਕੀਤੀ ਹੈ ਤਾਂ ਜੇ ਥੈਂਕ ਯੂ ਕਹੀਏ. ਇਹ ਸਾਰੀ ਚੀਜ਼ਾਂ ਦੇ ਨਾਲ ਅਗਲਾ ਵੀ ਖੁਸ਼ ਹੋ ਜਾਂਦਾ ਹੈ. ਗੁੱਡ ਮੈਨਰਸ ਸ਼ੁੱਡ ਬੀ ਓਬਜ਼ਰਵਡ ਐਵਰੀਵੇਅਰ. ਗੁੱਡ ਮੈਨਰਸ ਨੂੰ ਸਾਰੇ ਕਿਤੇ ਓਬਜ਼ਰਵ ਕਰਨਾ ਚਾਹੀਦਾ. ਇਹ ਨਹੀਂ ਜੇ ਕੋਈ ਸਾਹਮਣੇ ਬੈਠਾ ਤਾਂ ਹੀ ਉਹ ਗੁੱਡ ਮੈਨਰ ਹੋਣੇ ਚਾਹੀਦੇ ਹੈ. ਉਂਝ ਤੁਸੀਂ ਇਲ ਮੈਨਰਡ ਤਰੀਕੇ ਨਾਲ ਬੈਠੋ ਜਾਂ ਬੋਲੋ. ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਐਲਡਰਸ ਦੀ. ਛੋਟੇ ਬੱਚਿਆਂ ਨੂੰ ਪੋਲਾਈਟ ਹੋਣਾ ਚਾਹੀਦਾ ਹੈ. ਵੀ ਸ਼ੁੱਡ ਟਾਕ ਲੈਸ. ਘੱਟ ਬੋਲਣਾ ਚਾਹੀਦਾ, ਸੁਣਨਾ ਜ਼ਿਆਦਾ ਚਾਹੀਦਾ. ਇਹ ਬਹੁਤ ਇੰਪੋਰਟੈਂਟ ਹੈ ਸਾਡੀ ਲਾਈਫ ਦੇ ਲਈ ਵੀ. ਉਦੋਂ ਬਾਅਦ ਇਹਨਾਂ ਨੇ ਕਿਹਾ ਹੈ ਕਿ ਵੀ ਮਸਟ ਲਰਨ ਟੂ ਟੇਕ ਟਰਨ. ਇਹਦਾ ਮਤਲਬ ਹੈ ਕਿ ਜੇ ਅਸੀਂ ਗਲਤ ਹੈ ਤਾਂ ਸਾਨੂੰ ਇਹ ਨਹੀਂ ਕਿ ਗਲਤ ਬੰਨੀ ਹੀ ਤੁਰੇ ਜਾਈਏ ਇਹ ਸੋਚ ਕੇ ਈਗੋਇਸਟਿਕ ਹੋ ਕੇ. ਮਤਲਬ ਸਾਨੂੰ ਫਲੈਕਸੀਬਲ ਹੋਣਾ ਚਾਹੀਦਾ ਹੈ, ਫਲੈਕਸੀਬਲ ਹੋਣਾ ਚਾਹੀਦਾ ਹੈ. ਐਂਡ ਵੇਟ ਪੇਸ਼ੈਂਟਲੀ ਇਨ ਦਾ ਕਿਊ ਦਾ ਕੀ ਮਤਲਬ ਹੈ, ਜੇ ਅਸੀਂ ਕਿਤੇ ਵੇਟ ਕਰ ਰਹੇ ਹਾਂ ਤਾਂ ਪੇਸ਼ੈਂਸ ਹੋਣੀ ਚਾਹੀਦੀ ਹੈ ਸਾਡੇ ਵਿੱਚ. ਤੁਸੀਂ ਸਿੱਧਾ ਵੀ ਲਿਖ ਸਕਦੇ ਹੋ ਦੈਟ ਵੀ ਸ਼ੁੱਡ ਲਰਨ ਟੂ ਟੇਕ ਟਰਨ ਐਂਡ ਵੀ ਸ਼ੁੱਡ ਹੈਵ ਪੇਸ਼ੈਂਸ ਇਨ ਆਰ ਲਾਈਫ. ਨੈਕਸਟ ਹੈ ਗੁੱਡ ਬਿਹੇਵੀਅਰ ਇਜ਼ ਸੋਸ਼ਲ ਐਂਡ ਮੋਰਲ ਓਬਲੀਗੇਸ਼ਨ. ਇਹ ਜ਼ਰੂਰੀ ਹੈ ਸਾਡੇ ਲਈ, ਸਮਾਜਿਕ ਵੀ ਤੇ ਸਾਡੀ ਨੈਤਿਕ ਕਰਮ ਵੀ ਹੈ. ਬੈਡ ਮੈਨਰਸ ਸਾਡੇ ਵਿੱਚ ਕੌੜਾਪਨ ਲੈ ਆਉਂਦੇ ਆ. ਬੈਡ ਮੈਨਰਸ ਕ੍ਰੀਏਟ ਬਿਟਰਨੈਸ ਐਵਰੀਵੇਅਰ. ਇਹ ਤੁਹਾਡਾ ਸੈਕਿੰਡ ਪੈਰਾਗ੍ਰਾਫ ਹੈ. ਥਰਡ ਪੈਰਾਗ੍ਰਾਫ ਹੈ ਲੈਜਰ. ਲੈਜਰ ਹੁੰਦਾ ਹੈ ਵਿਹਲਾ ਸਮਾਂ. ਵਿਹਲਾ ਸਮਾਂ ਇੰਜ ਨਹੀਂ ਕਿ ਉਂਝ ਹੀ ਬੱਚਾ ਜਾਂ ਕੋਈ ਵੀ ਪਰਸਨ ਵਿਹਲਾ ਹੈ ਤਾਂ ਉਹ ਲੈਜਰ ਹੈ. ਮਤਲਬ ਕੰਮ ਕਰਦੇ ਹੋਏ ਜੇ ਆਪਾਂ ਕੰਮ ਤੋਂ ਕੋਈ ਟਾਈਮ ਕੱਢ ਕੇ ਫ੍ਰੀ ਹੁੰਨੇ ਆ, ਉਹ ਹੁੰਦਾ ਲੈਜਰ. ਲਾਈਫ ਇਜ਼ ਨਾਟ ਵਰਥ ਲਿਵਿੰਗ ਇਫ ਵੀ ਰਿਮੇਨ ਬਿਜ਼ੀ ਇਨ ਵਰਕ. ਜੇ ਅਸੀਂ ਸਾਰਾ ਦਿਨ ਬਿਜ਼ੀ ਰਵਾਂਗੇ ਕੰਮ ਦੇ ਵਿੱਚ ਤਾਂ ਲਾਈਫ ਦਾ ਕੋਈ ਫਾਇਦਾ ਨਹੀਂ. ਬਹੁਤ એનર્ਜੀ ਵੇਸਟ ਹੋ ਜਾਂਦੀ ਹੈ. ਪਰ ਅਗਰ ਆਪਾਂ 2-3 ਘੰਟੇ ਮੰਨ ਲਓ ਕੰਮ ਕਰ ਲਿਆ, ਜੇ ਆਪਾਂ ਹਾਫ ਐਨ ਆਰ ਜਾਂ 15 ਮਿੰਟਸ ਦੇ ਲਈ ਵੀ ਰਿਲੈਕਸ ਕਰਦੇ ਹਾਂ ਤਾਂ ਸਾਨੂੰ એનર્ਜੀ ਦੁਬਾਰਾ ਮਿਲ ਜਾਂਦੀ ਹੈ. ਅਸੀਂ ਆਪਣੀ એનર્ਜੀ ਨੂੰ ਦੁਬਾਰਾ ਰੀਗੇਨ ਕਰ ਲੈਂਦੇ ਹਾਂ. ਵਨ ਮਸਟ ਇੰਜੋਏ ਦਾ ਸਾਈਟਸ ਆਫ ਨੇਚਰ. ਨੇਚਰ ਦੀ ਸਾਈਟਸ ਨੂੰ ਇੰਜੋਏ ਕਰਨਾ ਚਾਹੀਦਾ ਹੈ. ਇਟ ਹੈਲਪਸ ਟੂ ਡਿਵੈਲਪ ਨਿਊ ਟੇਸਟ ਐਂਡ ਕ੍ਰੀਏਟਿਵ ਹੌਬੀਜ਼. ਇਹ ਸਾਡੇ ਵਿੱਚ ਨਵੀਆਂ ਹੌਬੀਜ਼ ਤੇ ਟੇਸਟ ਲੈ ਕੇ ਆਉਂਦੀ ਹੈ. ਬਟ ਬਿਜ਼ੀ ਮੈਨ ਮਿਸ ਆਲ ਦਿਸ. ਪਰ ਜਿਹੜੇ ਬੰਦੇ ਬਿਜ਼ੀ ਹੁੰਦੇ ਆ, ਕਈ ਵਾਰੀ ਕੰਮ ਹੀ ਇਹ ਜਿਹੇ ਹੁੰਦੇ ਆ, ਉਹ ਸਾਰੀ ਚੀਜ਼ ਨੇਚਰ ਨੂੰ, ਕ੍ਰੀਏਟੀਵਿਟੀ ਨੂੰ, ਸਭ ਕੁਝ ਨੂੰ ਮਿਸ ਕਰ ਦਿੰਦੇ ਆ, ਜਿਹਦੇ ਨਾਲ ਓਵਰਵਰਕ ਦੇ ਨਾਲ ਡਿਜ਼ੀਜ਼ਸ ਹੋ ਜਾਂਦੀਆਂ ਟਾਈਮ ਪੈ ਕੇ. ਏਲਮੈਂਟਸ ਮਤਲਬ ਹੁੰਦਾ ਹੈ ਕਿ ਬਿਮਾਰੀਆਂ ਹੋ ਜਾਂਦੀਆਂ. ਇਸ ਕਰਕੇ ਸਾਨੂੰ ਵੀ ਮਸਟ ਮੇਕ ਦਾ ਬੈਸਟ ਯੂਜ਼ ਆਫ ਲੈਜਰ. ਸਾਨੂੰ ਲੈਜਰ ਦਾ ਪੂਰਾ ਧਿਆਨ ਰੱਖਣਾ ਚਾਹੀਦਾ, ਮਤਲਬ ਟਾਈਮ ਫ੍ਰੀ ਹੋ ਕੇ
ਇੰਜੋਏ ਕਰਨਾ ਚਾਹੀਦਾ ਹੈ। ਨੈਕਸਟ ਫੋਰਥ ਮਾਈ ਮਦਰਲੈਂਡ ਹੈ ਬੇਟੇ, ਇਹ ਪੈਰਾਗ੍ਰਾਫ ਮੈਂ ਤੁਹਾਨੂੰ ਅੱਜ ਹੀ ਅਪਲੋਡ ਕੀਤਾ ਹੈ, ਇਹਨੂੰ ਤੁਸੀਂ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਦੈਨ ਨੈਕਸਟ ਹੈ ਫੈਸ਼ਨ ਅਮੰਗ ਸਟੂਡੈਂਟਸ, ਇਹ ਵੀ ਇੰਪੋਰਟੈਂਟ ਹੈ ਬੇਟੇ। ਫੈਸ਼ਨ ਅਮੰਗ ਸਟੂਡੈਂਟਸ ਮੈਂ ਤੁਹਾਨੂੰ ਪਹਿਲਾਂ ਪੰਜਾਬੀ ਚ ਦੱਸਦਾ ਕੀ ਲਿਖਿਆ ਹੈ ਕਿ ਸਟੂਡੈਂਟਸ ਬਹੁਤ ਪਾਰਟਿਕੂਲਰ ਹੁੰਦੇ ਆ ਫੈਸ਼ਨ ਦੇ ਲਈ, ਕਿ ਕਿਵੇਂ ਵਾਲ ਹੋਣ ਸਾਡੇ, ਕਿਵੇਂ ਸਾਡੀਆਂ ਪੈਂਟਸ ਹੋਣ। ਇਹ ਏਜ ਹੁੰਦੀ ਹੈ ਤੁਹਾਡੀ, ਤੁਸੀਂ ਐਕਟਰਸ ਤੇ ਐਕਟਰਸਿਸ ਨੂੰ ਏਪ ਕਰਦੇ ਹੋ, ਮਤਲਬ ਨਕਲ ਕਰਦੇ ਹੋ। ਇਮੀਟੇਟ ਵੀ ਲਿਖ ਸਕਦੇ ਹੋ। ਐਕਟਰਸਿਸ ਦੇ ਸਪੈਲਿੰਗ ਬਹੁਤ ਧਿਆਨ ਨਾਲ ਲਰਨ ਕਰਨੇ ਆ, ਉਹ ਨਹੀਂ ਹੈਗਾ ਇਹਦੇ ਚ। ਫਿਰ ਉਸ ਤੋਂ ਬਾਅਦ ਕੰਪੀਟੀਸ਼ਨ ਦੇ ਸਪੈਲਿੰਗ ਧਿਆਨ ਨਾਲ ਲਰਨ ਕਰਨੇ ਆ, COMPETITION। देयर इज कंपटीशन अमंग them to look smart, looks नहीं आना है तो look smart आऊगा। अगे दे विजिट हेल्थ क्लब्स एंड ब्यूटी पार्लर्स, हेल्थ क्लब जाते हैं, ब्यूटी पार्लर्स जाते हैं। वेरी ऑफन का मतलब है कि बहुत जल्दी ही, या तो सीधा लिख सकते हो एंड बुटीक्स टू लुक टू नो अबाउट न्यू फैशन, नवे फैशन दे नूं जानन दे लई ब्यूटी पार्लर, हेल्थ क्लब्स, बुटीक्स दे विच बच्चे जाते हैं वधिया बनन दे लई, दिखण दे लई। उन्हां नूं फिजिकल लुक दी बहुत कॉन्शियसनैस है कि मतलब असीं सोहणे दिखीए, अंदरों च कुछ मर्जी होवे। ये स्टूडेंट्स लई कहा गया है। दे पुट ऑन एक्सपेंसिव क्लोथ्स कि असीं सोहणे कपड़े पाइए, अट्रैक्टिव दिखीए। कहंदे बिल्कुल गलत नहीं, जे तुसीं चाहते हो कि तुसीं स्मार्ट दिखना, बट ਤੁਹਾਨੂੰ ਆਪਦੀ ਸਾਰੀ ਟਾਈਮ ਤੇ એનર્ਜੀ ਫੈਸ਼ਨ ਦੇ ਵਿੱਚ ਨਹੀਂ ਲਾਣੀ ਚਾਹੀਦੀ, ਕਿਉਂਕਿ ਇਹ ਏਜ ਕ੍ਰੂਸ਼ੀਅਲ ਟਾਈਮ ਹੁੰਦਾ ਹੈ, ਇਹਦੇ ਵਿੱਚ ਤੁਸੀਂ ਪੜ੍ਹਨਾ ਵੀ ਹੁੰਦਾ ਹੈ। ਸੋ ਆਈ ਐਮ ਗੋਇੰਗ ਟੂ ਰੀਡ ਇਟ ਫॉर ਵਨਸ ਇਨ ਇੰਗਲਿਸ਼। Students are very particular about fashion. They ape actors and actresses. There is a competition among them to look smart. They visit health clubs and beauty parlors and boutiques. Spelling learn kar liyo beta. Boutiques to know about new fashion. They are conscious about their physical looks. They put on expensive clothes to look attractive. There is nothing wrong in the desire to look good and smart, but they should not devote all their time and energy to fashion. Next ਆ ਬੇਟਾ discipline. I hope ਤੁਹਾਨੂੰ clear ਹੋ ਰਹੇ ਹੋਣਗੇ ਬੇਟੇ, ਤੁਸੀਂ ਵੀਡੀਓ ਨੂੰ ਪੌਜ਼ ਕਰ ਕਰਕੇ ਵੀ ਸਮਝ ਸਕਦੇ ਹੋ। ਨੈਕਸਟ ਦੇਖੋ discipline। discipline ਦਾ ਮਤਲਬ ਹੁੰਦਾ self control, ਆਪਦੇ ਆਪ ਦਾ ਕੰਟਰੋਲ ਹੋਣਾ। It is the backbone of one's character. It comes from the word disciple, which means a learner. It is very important and essential in every walk of life. Children learn discipline from their parents, elders, teachers, in schools. ਸਾਰੇ ਕਿਤੇ children ਹੈ ਜਿਹੜੇ ਉਹ discipline ਨੂੰ ਸਿੱਖਦੇ ਹੈ। discipline ਬਹੁਤ important ਹੈ ਸਾਡੀ ਲਾਈਫ ਦੇ ਵਿੱਚ, ਕੱਲਾ ਸਟੂਡੈਂਟਸ ਲਈ ਨਹੀਂ, ਸੋਲਜਰਸ ਵੀ ਇਸ ਨੂੰ ਫੋਲੋ ਕਰਦੇ ਆ। ਸੋਲਜਰਸ ਆਲਸੋ ਫੋਲੋ discipline. Let me change the page beta. Even the objects of nature follow discipline. Discipline is thus important in ਲਾਈਫ। ਇਸ ਤਰ੍ਹਾਂ ਡਿਸਪਲਿਨ ਬਹੁਤ ਇੰਪੋਰਟੈਂਟ ਹੈ ਨੇਚਰ ਲਈ, ਇਸ ਲਈ ਕਿਹਾ ਹੈ ਕਿਉਂਕਿ ਕੁਦਰਤ ਵੀ ਡਿਸਪਲਿਨ ਸੈਟ ਪੈਟਰਨ ਨਾਲ ਹੀ ਚੱਲਦੀ ਹੈ। ਜਿਵੇਂ ਜਿਹੜੇ ਮੌਸਮ ਆਣੇ ਹੈ, ਜਿਹੜੀ ਰੁੱਤਾਂ ਆਣੀ ਹੈ, ਉਹ ਟਾਈਮ ਤੇ ਹੀ ਆਉਂਦੀਆਂ। ਇਸ ਤਰ੍ਹਾਂ ਡਿਸਪਲਿਨ ਜੇ ਆਪਾਂ ਅਵੋਇਡ ਕਰਨਾ ਆਪਦੀ ਲਾਈਫ ਦੇ ਵਿੱਚ ਟਰਬਲ, ਕਿਓਸ, ਤਾਂ ਡਿਸਪਲਿਨ ਬਹੁਤ ਇੰਪੋਰਟੈਂਟ ਹੈ। ਨੈਕਸਟ ਹੈ ਬੇਟੇ ਅ ਵਿਜ਼ਿਟ ਟੂ ਵਾਈਲਡ ਲਾਈਫ ਸੈਂਚੁਰੀ। ਅ ਸੈਂਚੁਰੀ ਇਜ਼ ਅ ਪਲੇਸ where animals live in their natural habitat. I went to visit my uncle who is a tea planter in Assam. ਕਹਿੰਦੇ ਸੈਂਚੁਰੀ ਉਹ ਜਗ੍ਹਾ ਹੈ ਜਿੱਥੇ ਐਨੀਮਲਸ ਰਹਿੰਦੇ ਹੈ, ਮਤਲਬ ਉਹਨਾਂ ਦਾ ਨੈਚੁਰਲ ਹੈਬਿਟੈਟ ਹੁੰਦਾ, ਆਵਾਸ ਹੁੰਦਾ ਰਹਿਣ ਦਾ। ਮੈਂ ਆਪਦੇ ਅੰਕਲ ਕੋਲ ਗਿਆ ਜੋ ਕਿ ਟੀ ਪਲਾਂਟਰ ਹੈ ਆਸਾਮ ਦੇ ਵਿੱਚ। ਅਸੀਂ ਸੈਂਚੁਰੀ ਗਏ ਜਿਹਦਾ ਨਾਮ ਸੀ ਕਾਜ਼ੀਰੰਗਾ। ਕਾਜ਼ੀਰੰਗਾ 'ਚ ਸਭ ਤੋਂ ਜ਼ਿਆਦਾ ਮਤਲਬ ਜੋ ਫੇਮਸ ਐਨੀਮਲ ਹੈ ਜੋ ਰਹਿੰਦਾ ਹੀ ਹੈ ਨੈਚੁਰਲ ਹੈਬਿਟੈਟ ਕਿਹਦਾ, ਉਹ ਸਿੰਗਲ ਹੋਰਨ ਰੀਨੋ ਦਾ। ਸਿੰਗਲ ਹੋਰਨ ਮਤਲਬ ਇੱਕ ਸਿੰਘ ਹੁੰਦਾ ਜਿਹੜਾ ਰੀਨੋ ਦਾ। We mounted an elephant and passed through the tall grass. Mounted मतलब बैठ जाना, ਅਸੀਂ ਐਲੀਫੈਂਟ ਤੇ ਬੈਠੇ, ਅਸੀਂ ਟਾਲ ਗ੍ਰਾਸ ਤੋਂ ਪਾਸ ਕੀਤਾ। ਅਸੀਂ ਰੀਨੋ ਵੀ ਦੇਖਿਆ ਉੱਥੋਂ ਜਾਂਦਾ, ਜਿਹਦੀ ਬਹੁਤ ਮੋਟੀ ਸਕਿਨ ਸੀ, ਬਹੁਤ ਹਿਊਜ ਬੋਡੀ ਸੀ। ਅਸੀਂ ਦੇਖ ਕੇ ਸਾਨੂੰ ਬਹੁਤ ਅਟਰੈਕਟ ਫੀਲ ਹੋਇਆ, ਮਜ਼ਾ ਆਇਆ, ਦੇਖਿਆ, ਵਧੀਆ ਲੱਗਿਆ। There were also bucks and birds of various kinds. ਬਹੁਤ ਤਰ੍ਹਾਂ ਦੇ ਬਰਡਸ ਉੱਥੇ ਸੀਗੇ, ਬਕਸ ਸੀ। ਅਸੀਂ ਐਨੀਮਲਸ ਵੀ ਦੇਖੇ ਜਿਹੜੇ ਇੱਧਰ ਉੱਧਰ ਭੱਜ ਰਹੇ ਸੀ, ਫਿਰ ਰਹੇ ਸੀ, ਪਰ ਫੀਅਰ ਉਹਨਾਂ ਨੂੰ ਬਿਲਕੁਲ ਨਹੀਂ ਸੀ। ਇਟ ਵਾਜ਼ ਵੈਰੀ ਗੁੱਡ ਐਕਸਪੀਰੀਅੰਸ। ਫੀਅਰਲੈਸਲੀ ਦਾ ਮਤਲਬ ਇਹ ਹੈ ਕਿ ਅਸੀਂ ਬੜੇ ਫਰੀਲੀ ਤੇ ਫੀਅਰਲੈਸਲੀ ਦੇਖਿਆ, ਸਾਨੂੰ ਉੱਥੇ ਕੋਈ ਡਰ ਨਹੀਂ ਸੀ। ਦੈਨ ਲਾਸਟ ਲਾਈਨ ਹੈ ਕਿ ਸਾਡਾ ਇਹ ਐਕਸਪੀਰੀਅੰਸ ਬਹੁਤ ਵਧੀਆ ਸੀ। ਨੈਕਸਟ 8th ਪੈਰਾਗ੍ਰਾਫ ਹੈ ਆਰ ਸਕੂਲ ਐਨੂਅਲ ਇਨਸਪੈਕਸ਼ਨ। ਦੇਖੋ ਤੁਹਾਨੂੰ ਇਹਦੇ ਵਿੱਚ ਹਿੰਟਸ ਵੀ ਦਿੱਤੇ ਹੋਏ ਹੈ। ਅਗਰ ਪੇਪਰ 'ਚ ਹਿੰਟ ਦਿੱਤੇ ਹੋਣਗੇ ਤੁਸੀਂ ਇਹਦੇ ਨਾਲ ਬਹੁਤ ਈਜ਼ੀਲੀ ਪੈਰਾਗ੍ਰਾਫ ਫਰੇਮ ਕਰ ਸਕੋਗੇ, ਅਦਰਵਾਈਜ਼ ਤੁਸੀਂ ਵੈਸੇ ਲਰਨ ਕਰਕੇ ਹੀ ਜਾਈਓ। ਦ ਐਨੂਅਲ ਇਨਸਪੈਕਸ਼ਨ ਆਫ ਆਰ ਸਕੂਲ ਵਾਜ਼ ਕੰਡਕਟਡ ਬਾਈ DEO, मतलब डिप्टी एजुकेशन ऑफिसर। ही रीच द स्कूल अलॉन्ग विद हिज टीम ਦੇ ਨਾਲ ਉਹ ਆਏ। ਉਹਨਾਂ ਨੂੰ ਸਾਡੇ ਪ੍ਰਿੰਸੀਪਲ ਨੇ ਐਸਕॉर्ट ਕੀਤਾ, मतलब वेलकम करके लेके आए। इन द मॉर्निंग असेंबली
मॉर्निंग असैंबली दे विच नैशनल एंथम गाया गया। दैन पीटी शो की गई विद ड्रम। एकेडैमिक रिकॉर्ड्स नू भी देखा गया, टीम ने देखा, बड़े इंप्रैस सी साइंस ते कंप्यूटर लैब्स नू देख के। स्पोर्ट्स रूम नू देखा, आर्ट एंड क्राफ्ट रूम ते भी विजिट किया। वाइस प्रिंसीपल इत्थे बेटे वी आऊगा। वाइस प्रिंसीपल ने साडी एनुअल रिपोर्ट नू रीड किया। सारी टीम बहुत ही वधिया सी, सैटिस्फाइड सी साडा काम देख के। सो दिस वॉज द पैराग्राफ ऑफ योर एनुअल इंस्पैक्शन ऑफ आवर स्कूल। मैं सीधी पंजाबी की है बेटे, यू कैन राइट डाउन फ्रॉम द वीडियो बाय पॉजिंग इट। मैं दोबारा भी कह रही है, वीडियो नू विच नहीं छड्डना क्योंकि ये नाल थोड़ी हेल्प होनी है। नैक्सट देखो बेटे, अ विजिट टू राजघाट। राजघाट इज अ प्लेस वेयर द बॉडी ऑफ महात्मा गांधी वॉज क्रीमेटेड। इट इज सिचुएटेड इन दिल्ली। इट इज अ प्लेस ऑफ पिलग्रीमेज। पिलग्रीमेज हुंदा है तीरथ स्थान फॉर इंडियंस, मतलब राजघाट ये पिलग्रीमेज की जगह है इंडियंस के लिए। लास्ट संडे आई वेंट देयर विद माई स्कूल फ्रेंड्स। अ स्टोनी पाथ लीड्स टू इनर गेट का मतलब है कि जिथों असीं लंघ के गए उस रस्ते ते स्टोन्स सी, मतलब मार्बल लग्या हुआ सी। अंदरले गेट तक असीं गए। समाधि एक माउंड की तरह, माउंड हुंदा है जिवें आपां मान लो दिस इज सरफेस ऐ बनी हुई है, इनू माउंड बोलते हैं। माउंड कवर्ड विद ब्लैक स्टोन स्लैब। ये ब्लैक स्टोन का स्लैब बनी हुई सी। स्लैब हुंदी है जिवें फट्टी बोल दिंने आपां, ठीक है। ब्लैक स्टोन मतलब काला पत्थर। हे राम उहदे ते काव किया हुआ सी, उकरिया हुआ सी, मतलब लिखिया हुआ सी, विच खोदिया हुआ होना जिवें। इट इज़ विजिटेड बाय ऑल फॉरन डिग्निटरीज हु कम टू इंडिया, मतलब बाहरों जो भी डिग्नीफाइड लोग आते हैं, फॉरनर्स आते हैं, वो इत्थे जरूर विजिट करते हैं। इट इज़ अ प्लेस ऑफ अटमोस्ट सैंक्टिटी। सैंक्टिटी हुंदी है प्योरिटी, इत्थे सब तो ज़्यादा पवित्रता पाई जाती है। सो ये सी तुहाडा विजिट टू राजघाट। बड़े ही ईजी पैराग्राफ्स है बेटे, दो करके तुसी हले भी पूरे लर्न कर सकते हो, हले दिन पे है थोड़े पेपर्स। सीन एट द रेलवे स्टेशन। एवरी संडे आई स्पेंड सम टाइम एट द रेलवे स्टेशन। आई लाइक वॉचिंग द ट्रेन्स कम एंड गो, मतलब मैनू वधिया लगता है, मैं उत्थे जाना है, ट्रेन्स आंदियां जांदियां। जदों आपां बच्चे सी, आपां नूं मतलब तुसी भी छोटे होवोगे, जदों वधिया लगता है उत्थे जाना, हवा आ रही हुंदी है, मज़ा आंदा है। जदों ट्रेन आंदी है उदों लगता है कि किन्नी इकोदम क्राउड हो गया, पर जदों ट्रेन जाती है बिल्कुल डिजर्टेड लुक हो जाती है। डिजर्टेड मतलब उत्थे कोई भी नहीं हुंदा, ठीक है। कई बारी कई बच्चे होंदे है जिन्होंने मज़ा आता है कि ट्रैवल ही करते रहिए, असीं पहुंचीए ही ना रस्ते ते, जिथे जाना असीं उत्थे मंजिल ते पहुंचीए ही ना, ट्रेन ते ही ट्रैवल करी जाइए। मैनूं भी इंज लगदा हुंदा सी जो मैं छोटी सी, ठीक है। सो उस फीलिंग के नाल आपां ये पैराग्राफ रीड करते हैं। एवरी संडे आई स्पेंड सम टाइम एट रेलवे स्टेशन। I like watching the trains come and go. I enjoy the scene before the arrival of the train. I enjoy seeing growing excitement and activity on all sides. मतलब है कि जदों ट्रेन आल वाली हुंदी है, सारे पैसेंजर्स आ जाते हैं, फटाफट आते हैं, बहुत एक्साइटमेंट हुंदी है, भगदड़ मची हुंदी है। एक्टिविटी ऑन ऑल साइड्स का मतलब है कोई आ रहा है, कोई जा रहा है, कोई कुली है, कोई पानी वाला खड़ा है, मतलब सब पासे कोई ना कोई एक्टिविटी हो रही है। सम आर इन अ ग्रेट हरी टू बोर्ड अ ट्रेन। जे थोड़े बहुत कोई लेट होंगे वो हरी दे विच हुंदे है, काली दे विच हुंदे है। कई बड़े दुखी होंगे कि साडे नियर डियर वंस चले गए है। डिपार्चर मतलब जाना, वापस चले गए। कुलीज भजदे इधर उधर, जिन्हां तो आपदा समान नहीं चक्या जांदा वो कुलीज नूं हायर करदे है। कुलीज रन अबाउट विद लगेज, लगेज हुंदा समान। वैंडर बॉयज कम इन एंड आउट ऑफ द ट्रेन। वैंडर की हुंदा है, जिवें वो वेचदे नहीं, कोई दाल वेचदा हुंदा है, कोई कुरमुरे या आपां की कहंदे उन्हां नूं मरुंडे, वो वेचदे हुंदे है, उन्हां नूं वैंडर बॉयज कहंदे है, ठीक है। देयर इज लॉट ऑफ जॉस्टलिंग एंड एल्बोइंग। ਇਹਦਾ मतलब है कोई ਆਪਾਂ ਨੂੰ एल्बो मार जाता है, कोई किसी वेले मुक्का मार जाता है, गलती नाल बाय मिस्टेक हो जाता है सारा कुछ। आफ्टर द ट्रेन हैज़ लेफ्ट द प्लेटफॉर्म गिव्स अ डिजर्टेड लुक। जदों ट्रेन चली जाती है प्लेटफॉर्म खाली खाली हो जाता है। नैक्सट है अ विजिट टू अ बुक फेयर। बुक फेयर मतलब किताबां दी प्रदर्शनी। लास्ट संडे आई विद माई फ्रेंड्स भी लिख सकते हो, विजिटेड अ बुक फेयर at district library. It was a spectacle to watch, मतलब it was very interesting to watch. बड़ा वधिया सी देखण वाली जगह सी। It was worth watching place. Many publishing houses displayed their books. बहुत publishers ने आपदी बुक्स ਨੂੰ डिस्प्ले करवाया। I bought some books, मैं कोई बुक्स खरीदियां भी। आफ्टरनून ਦੇ ਵਿੱਚ ਅਸੀਂ स्नैक्स ਤੇ टी भी खाधे, मतलब टी लीती, स्नैक्स खाधे। There were many young boys and girls. Children भी बड़े enthusiastic सी। enthusiastic ਹੁੰਦਾ zealous, जी मतलब ZEALOUS, मतलब उत्साहित टू सी द बुक्स, बड़े खुश सी क्योंकि उन्होंने दी बुक्स भी सी कोई पिक्टोग्राफी दे बेस्ड होणगियां बुक्स जिहड़ी छोटे बच्चों नूं चंगियां लगदियां। आई बॉट अ बुक ऑफ शॉर्ट स्टोरीज फॉर माई यंगर ब्रदर। मैं आपदे छोटे भरा दे लई शॉर्ट स्टोरीज दी बुक लैके आए।
ਐਂਡ ਵੀ ਰਿਟਰਨਡ ਹੋਮ ਹੈਪੀ ਐਂਡ ਕੰਟੈਂਟ। ਤੇ ਬੜੀ ਖੁਸ਼ੀ ਤੇ ਸੈਟਿਸਫੈਕਸ਼ਨ ਦੇ ਨਾਲ ਅਸੀਂ ਘਰ ਵਾਪਸ ਆਏ। ਕੰਟੈਂਟ ਦਾ ਮਤਲਬ ਹੁੰਦਾ ਸੈਟਿਸਫਾਈਡ ਹੋਣਾ। ਨੈਕਸਟ ਹੈ ਬੇਟੇ ਸਾਇੰਸ ਫੇਅਰ। ਆ ਸਾਇੰਸ ਫੇਅਰ ਵਾਜ਼ ਆਰਗੇਨਾਈਜ਼ਡ ਇਨ ਆਰ ਸਕੂਲ ਯੈਸਟਰਡੇ। ਕੱਲ ਸਾਡੇ ਸਕੂਲ ਦੇ ਵਿੱਚ ਸਾਇੰਸ ਫੇਅਰ ਹੋਇਆ ਸੀ, ਜਿਵੇਂ ਤੁਹਾਡੇ ਸਾਰਿਆਂ ਦੇ ਸਕੂਲ ਵਿੱਚ ਆਪਣੇ ਸਕੂਲਾਂ ਵਿੱਚ ਹੁੰਦਾ ਹੀ ਹੈ, ਠੀਕ ਹੈ। ਆਪਣੇ ਡੀਓਜ਼ ਆਉਂਦੇ ਹੈ। ਇਟ ਵਾਜ਼ ਇਨੋਗਰੇਟਡ ਬਾਈ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ। 120 ਆਈਟਮਸ ਨੂੰ ਦਿਖਾਇਆ ਗਿਆ ਸੀ। ਵਰਕਿੰਗ ਮਾਡਲ ਵੀ ਸੀ, ਸਮਾਲ ਮਾਡਲਸ ਵੀ ਸੀ, ਇੱਕ ਕਾਰ ਵਾਲਾ ਮਾਡਲ ਸੀ ਜਿਹਦਾ ਨਵਾਂ ਲੱਗਿਆ ਬਿਲਕੁਲ। everyone was fascinating towards the car। ਸਾਰਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੋਈ। the students explained the models with confidence। students ਨੇ confidence ਨਾਲ models ਨੂੰ explain ਕੀਤਾ। students and teachers had worked hard। ਬਹੁਤ ਉਹਨਾਂ ਨੇ hard work ਕੀਤਾ। DEO ਨੇ ਸਾਨੂੰ ਸਾਡੇ ਕੰਮ ਨੂੰ ਬਹੁਤ ਜ਼ਿਆਦਾ appreciate ਕੀਤਾ। 13th ਹੈ drug addiction। addiction to drug is an invitation of death। drug addiction ਦਾ ਮਤਲਬ ਹੁੰਦਾ ਹੈ ਕਿ ਇਹ ਜੀ ਚੀਜ਼ ਦੀ ਐਡਿਕਸ਼ਨ ਹੋ ਜਾਣੀ। ਐਡਿਕਸ਼ਨ ਹੁੰਦੀ ਹੈ ਲੱਤ ਲੱਗਣੀ। ਡਰੱਗਸ ਦਾ ਮਤਲਬ ਹੁਣ ਸਾਰਿਆਂ ਨੂੰ ਹੀ ਪਤਾ ਹੈ, ਠੀਕ ਹੈ। ਐਡਿਕਸ਼ਨ ਟੂ ਡਰੱਗਸ ਇਜ਼ ਇਨਵੀਟੇਸ਼ਨ ਆਫ ਡੈਥ, ਮਤਲਬ ਲੱਤ ਲੱਗਣੀ ਜਿਹਦੇ ਨਾਲ ਡੈਥ ਹੋਣੀ ਹੀ ਹੋਣੀ ਹੈ। ਦ ਯੂਥ ਇਜ਼ ਦ ਮੋਸਟ ਅਫੈਕਟਡ ਬਾय ਦਿਸ। ਯੂਥ ਕਿਉਂ ਜ਼ਿਆਦਾ ਅਫੈਕਟਡ ਹੁੰਦਾ ਹੈ? ਕਿਉਂਕਿ ਉਹਨਾਂ ਦਾ ਚੰਚਲ ਮਨ ਹੁੰਦਾ ਹੈ, ਛੋਟੇ ਹੁੰਦੇ ਆ, ਉਹ ਚੰਗੀ ਚੀਜ਼ ਵੱਲ ਘੱਟ ਜਾਂਦੇ ਆ, ਮਾੜੀ ਚੀਜ਼ ਵੱਲ ਜਲਦੀ ਚਲੇ ਜਾਂਦੇ ਆ। ਤਾਈਓ ਤਾਂ ਮੋਰੈਲਿਟੀ ਦੇ ਲੈਕਚਰਸ ਦਿੱਤੇ ਜਾਂਦੇ ਆ, ਤਾਈਓ ਤਾਂ ਤੁਹਾਨੂੰ ਗਾਈਡੈਂਸ ਕਾਉਂਸਲਿੰਗ ਦਾ ਦੱਸਿਆ ਜਾਂਦਾ ਹੈ, ਠੀਕ ਹੈ। ਮਤਲਬ ਯੂਥ ਇੱਕ ਇਹੋ ਜਿਹਾ ਟਾਈਮ ਪੀਰੀਅਡ ਹੁੰਦਾ ਹੈ ਜਿੱਥੇ ਬੱਚੇ ਨੂੰ ਜਿਵੇਂ ਆਪਾਂ ਢਾਲ ਦਾਂਗੇ ਉਵੇਂ ਢਲ ਜਾਣਗੇ। ਮੇਨ ਗੱਲ ਹੁੰਦੀ ਹੈ ਤੁਹਾਡੀ એનર્ਜੀਜ਼ ਨੂੰ ਚੈਨਲਾਈਜ਼ ਕਰਨਾ। ਚਲੋ ਲੈਟਸ ਗੈਟ ਬੈਕ ਟੂ ਦਾ ਪੁਆਇੰਟ। ਦੇ ਵੇਸਟ देयर ਪ੍ਰੈਸ਼ੀਅਸ એનર્ਜੀ ਐਂਡ ਮਨੀ ਟੂ ਬਾਏ ਡਰੱਗਸ। ਸਮਟਾਈਮਸ ਦੇ ਸਟੀਲ from their own homes। they become violent। ਮਤਲਬ ਜਦੋਂ ਡਰੱਗਸ ਮਿਲਦੇ ਆ ਵਾਇਲੈਂਟ ਹੋ ਜਾਂਦੇ ਆ। ਜਦੋਂ ਕਿ ਹੁਣ ਇਹ ਤਾਂ ਜ਼ਰੂਰੀ ਨਹੀਂ ਪੈਸੇ ਹੋਣ ਹੀ ਹੋਣ, ਇਹ ਤਾਂ ਬਹੁਤ ਮਹਿੰਗੇ ਵੀ ਆਉਂਦੇ ਆ, ਨਾਲੇ ਬਿਲਕੁਲ ਖਰਾਬ ਕਰ ਦਿੰਦੇ ਆ, ਘਰ ਵੀ ਖਰਾਬ ਕਰ ਦਿੰਦੇ ਆ, ਬੱਚੇ ਖਿਜੇ ਰਹਿਣ ਲੱਗ ਜਾਂਦੇ ਆ, ਨਹੀਂ ਮਿਲਦੇ ਤਾਂ ਖਿੱਚਦੇ ਆ। ਮਤਲਬ ਇਹਦੇ ਨਾਲ ਡੈਥ ਹੀ ਹੈ, ਜੋ ਕਿ ਬਹੁਤ ਬੁਰੀ ਹੈ, ਕਿਉਂਕਿ ਉਹ ਆਪਾਂ ਆਪ ਸਿਲੈਕਟ ਕਰ ਰਹੇ ਹਾਂ ਆਪਣੀ ਲਾਈਫ ਦੇ ਲਈ ਇਹੋ ਜਿਹਾ ਮਾੜਾ ਪਾਥ, ਜੋ ਕਦੇ ਨਹੀਂ ਕਰਨਾ ਚਾਹੀਦਾ। ਜੇ ਤੁਹਾਡੇ ਨਾਲ ਦੇ ਵੀ ਕੋਈ ਇਹ ਕਰਦੇ ਆ ਤਾਂ ਕੋਸ਼ਿਸ਼ ਕਰੋ, ਹੈਲਥ ਸੈਂਟਰਸ ਹੈਗੇ ਆ, ਹੈਲਪ ਸੈਂਟਰਸ ਹੈਗੇ ਆ, ਉੱਥੇ ਜਾਓ ਤੇ ਆਪਾਂ ਠੀਕ ਹੋ ਜਾਈਏ, ਠੀਕ ਹੈ। ਵੈਸੇ ਇਸ ਚੀਜ਼ 'ਚ ਪੈਣਾ ਹੀ ਨਹੀਂ ਚਾਹੀਦਾ। ਇਕੱਲੇ ਰਹਿਣਾ ਬਹੁਤ ਬੈਟਰ ਹੈ ਮਾੜੀ ਸੰਗਤ ਨਾਲੋਂ, ਬੈਡ ਕੰਪਨੀ ਨਾਲੋਂ। ਇਟ ਇਜ਼ ਬੈਟਰ ਟੂ ਲਿਵ ਅਲੋਨ ਐਂਡ ਬੀ ਅਲੋਨ। ਦੇ ਬਿਕਮ ਕ੍ਰਿਮੀਨਲ ਬਣ ਜਾਂਦੇ ਆ। ਕਿਉਂ? ਐਜ਼ ਦੇ ਲੂਜ਼ ਸੈਂਸ ਆਫ ਗੁੱਡ ਐਂਡ ਬੈਡ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਚੰਗਾ ਕੀ ਮਾੜਾ ਹੈ। ਆਪਦੇ ਮਦਰ ਫਾਦਰ ਤੱਕ ਨੂੰ ਵੀ ਨਹੀਂ ਛੱਡਦੇ। ਗਵਰਨਮੈਂਟ ਸ਼ੁੱਡ ਟੇਕ ਇਮੀਡੀਏਟ ਸਟੈਪਸ ਨੀਡਡ ਟੂ ਗੈਟ ਰਿਡ ਆਫ ਦਿਸ ਪ੍ਰੋਬਲਮ। ਗਵਰਨਮੈਂਟ ਨੂੰ ਬਹੁਤ ਤਕੜੇ ਸਟੈਪਸ ਲੈਣੇ ਚਾਹੀਦੇ ਆ ਇਸ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ। ਤਕੜੇ ਦਾ ਮਤਲਬ ਹੈ ਇਮੀਡੀਏਟ, ਇੱਕੋ ਦਮ ਬੱਚਿਆਂ ਨੂੰ, ਤਾਂ ਕਿ ਬਚਾਇਆ ਜਾ ਸਕੇ। ਨੈਕਸਟ ਹੈ ਪੋਲਿਊਸ਼ਨ। ਵੀ ਆਰ ਲਿਵਿੰਗ ਇਨ ਅ ਪੋਲਿਊਟਿਡ ਵਰਲਡ ਟੂਡੇ। Pollution is everywhere, in air, in water, in food, everything is polluted. The scientists have listed the dangers of environment pollution all over the world। ਆਪਾਂ ਨੂੰ ਇਹ ਬਹੁਤ ਈਜ਼ੀ ਹੈ, ਤੁਹਾਨੂੰ ਸਾਰਿਆਂ ਨੂੰ ਇਹ ਪੈਰਾਗ੍ਰਾਫ ਆਉਂਦਾ ਹੈ। ਪੋਲਿਊਸ਼ਨ ਹੈ, ਕਈ ਤਰ੍ਹਾਂ ਦਾ ਪੋਲਿਊਸ਼ਨ ਹੈ, ਐਨਵਾਇਰਨਮੈਂਟ ਨੂੰ ਖਰਾਬ ਕਰਦਾ ਹੈ, ਸਾਡੀ ਹੈਲਥ ਨੂੰ ਖਰਾਬ ਕਰਦਾ ਹੈ, ਡਿਜ਼ੀਜ਼ਸ ਹੋ ਜਾਂਦੀਆਂ, ਫਰਟੀਲਾਈਜ਼ਰਸ ਯੂਜ਼ ਕਰਦੇ ਹੈ, ਕੰਟੈਮੀਨੇਟ ਵਾਟਰ ਵੀ ਮਿਲਦਾ ਹੈ। ਇੱਥੋਂ ਮੈਨੂੰ ਪੜ੍ਹਾਉਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਸਿਰਫ ਆਪਦਾ ਜੋ ਤੁਹਾਨੂੰ ਪਤਾ ਹੈ ਤੁਸੀਂ ਉਹ ਇਸ ਪੈਰਾਗ੍ਰਾਫ ਦੇ ਵਿੱਚ ਲਿਖ ਸਕਦੇ ਹੋ। ਮਤਲਬ ਲਾਸਟ ਲਾਈਨ ਇਹ ਹੈ ਕਿ ਇਫ ਯੂ ਵਾਂਟ ਟੂ ਲਿਵ ਅ ਪੋਲਿਊਸ਼ਨ ਫ੍ਰੀ ਐਨਵਾਇਰਨਮੈਂਟ ਐਂਡ ਇਮੀਡੀਏਟ ਕੰਟਰੋਲ ਇਜ਼ ਮਸਟ ਐਂਡ ਯੂ ਸ਼ੁੱਡ ਨਾਟ ਪ੍ਰਮੋਟ ਪੋਲਿਊਸ਼ਨ। ਨੈਚੁਰਲ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਪੋਲਿਊਸ਼ਨ ਨੂੰ ਅਵੋਇਡ ਕਰਨ ਦੇ ਲਈ, ਖਤਮ ਕਰਨ ਦੇ ਲਈ। ਨੈਕਸਟ ਹੈ ਰੇਨੀ ਡੇ। ਇੰਡੀਆ ਇਜ਼ ਲੈਂਡ ਆਫ ਵੇਰਿੰਗ ਸੀਜ਼ਨਸ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਈ ਤਰ੍ਹਾਂ ਦੇ ਸੀਜ਼ਨਸ ਹੈ ਇੰਡੀਆ ਦੇ ਵਿੱਚ। ਸਮਰ ਬਹੁਤ ਗਰਮੀ ਹੁੰਦੀ ਹੈ, ਰੇਨ ਵਧੀਆ ਰਿਲੀਫ ਲੈ ਕੇ ਆਉਂਦਾ ਹੈ। ਅੱਜ ਮੈਂ ਜਦੋਂ ਉੱਠਿਆ ਕਹਿੰਦੇ ਮੈਂ ਮਾਰਨਿੰਗ ਦੇ ਵਿੱਚ ਦੇਖਿਆ ਕਿ ਡਾਰਕ ਕਲਾਊਡਸ ਹੈ, ਠੰਡੀ ਹਵਾ ਬਲੋ ਕਰ ਰਹੀ ਹੈ, ਮਜ਼ਾ ਆ ਗਿਆ ਹਵਾ ਜਦੋਂ ਮੇਰੇ ਮੂੰਹ ਤੇ ਵੱਜੀ। ਲੇਟਰ ਇਟ ਸਟਾਰਟਡ ਹੈਵੀ ਡਾਊਨਪੋਰ ਮਤਲਬ ਰੇਨਿੰਗ ਹੋਣ ਲੱਗੀ ਬਹੁਤ ਜ਼ਿਆਦਾ। ਚਿਲਡਰਨ ਸਟਾਰਟਡ ਡਾਂਸਿੰਗ ਇਨ ਰੇਨ। streets were flooded with water। soon the rain stopped, the weather became cool। मतलब रेन हुई, बच्चे खेडे, पानी भर गया। ਜਦੋਂ रेन स्टॉप हुई सारा कुछ साफ लगता है ना, ग्रीनरी लगती है, सब कुछ साफ हो जाता है। लोगों ने देखा कि रेनबो भी आई है ते सारे बहुत खुश हुए। सो these all are the passages and the paragraphs of your class and it is must for you all to watch this video full so that you can learn all the paragraphs on time। Thank you so much everyone and keep subscribing so that you can get the videos on time। Thank you।